ਅੱਜ ਦੀ ਇਹ ਪ੍ਰੈਸ ਕਾਨਫਰੰਸ ਜੋ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਹਸਪੀਟਲ ਬਾਲਾ ਸਾਹਿਬ ਜੋ ਕਿ ਪਿਛਲੇ 18 ਸਾਲਾਂ ਤੋਂ ਅਲੱਗ-ਅਲੱਗ ਇੱਥੇ ਪ੍ਰਧਾਨ ਰਹੇ ਲੇਕਿਨ ਸਾਰੇ ਵਿਫਲ ਰਹੇ ਇਸ ਹਸਪੀਟਲ ਨੂੰ ਬਣਾਉਣ ਵਾਸਤੇ। ਜਦੋਂ ਦੀ ਸਾਡੀ ਇਸ ਟੀਮ ਨੂੰ ਦਿੱਲੀ ਦੇ ਇਹਨਾਂ ਮਹਾਨ ਗੁਰੂ ਘਰਾਂ ਦੀ ਸੇਵਾ ਦਾ ਮੌਕਾ ਮਿਲਿਆ, 2 ਸਾਲਾਂ ਦੇ ਅੰਦਰ ਜੋ ਦੇਸ਼ ਔਰ ਦੁਨੀਆ ਦੇ ਸਾਹਮਣੇ ਇਤਿਹਾਸਿਕ ਕੰਮ ਕੀਤੇ, ਉਹਨਾਂ 'ਚੋਂ ਇੱਕ ਕੰਮ ਸੀ 18 ਸਾਲ ਤੋਂ ਬੰਦ ਪਏ ਹਸਪੀਟਲ ਨੂੰ ਦੁਬਾਰਾ ਤੋਂ ਚਾਲੂ ਕਰਨਾ। ਪਹਿਲਾਂ 100 ਬੈੱਡ ਦਾ ਕਿਡਨੀ ਡਾਇਲਿਸਿਸ ਹਸਪੀਟਲ ਇੱਥੇ ਚਾਲੂ ਕੀਤਾ, ਉਸ ਨੂੰ ਰੁਕਵਾਉਣ ਦੇ ਖੂਬ ਯਤਨ ਕੀਤੇ ਗਏ। ਹੁਣ 125 ਬੈੱਡ ਦਾ ਹਸਪੀਟਲ ਜੋ ਕਿ ਮਾਤਰ 60 ਦਿਨਾਂ 'ਚ ਤਿਆਰ ਕਰਕੇ ਦੇਸ਼ ਦਾ ਸਭ ਤੋਂ ਬਿਹਤਰੀਨ ਹਸਪੀਟਲਾਂ 'ਚੋਂ ਇੱਕ ਹਸਪੀਟਲ, ਜਿਸ ਦੇ ਅੰਦਰ ਵਰਲਡ ਕਲਾਸ ਫੈਸਿਲਿਟੀਜ਼, ਕੋਵਿਡ ਨਾਲ ਲੜਨ ਦੀ ਸਾਰੇ ਇਕਵਿਪਮੈਂਟਸ। ਪਰ ਹੁਣ ਇਸ ਹਸਪੀਟਲ ਦੇ ਉੱਤੇ ਜਿਸ ਤਰੀਕੇ ਦੇ ਨਾਲ ਸਰਦਾਰ ਪਰਮਜੀਤ ਸਿੰਘ ਸਰਨਾ, ਸਰਦਾਰ ਹਰਵਿੰਦਰ ਸਿੰਘ ਸਰਨਾ ਜੀ ਵੱਲੋਂ ਹਸਪੀਟਲ ਨੂੰ ਰੁਕਵਾਉਣ ਵਾਸਤੇ ਕੋਰਟ 'ਚ ਲਿਜਾਇਆ ਗਿਆ ਔਰ ਕੋਰਟ ਨੂੰ ਇਹ ਕਿਹਾ ਜਾ ਰਿਹਾ ਹੈ ਕਿ ਇਲੈਕਸ਼ਨਾਂ ਨੇ, ਇਸ ਕਰਕੇ ਹਸਪੀਟਲ ਨਹੀਂ ਖੁੱਲ੍ਹਣਾ ਚਾਹੀਦਾ। ਬੜੀ ਹੈਰਾਨਗੀ ਦੀ ਗੱਲ ਆ, ਜਿਨ੍ਹਾਂ ਲੋਕਾਂ ਨੇ ਇਸ ਕੋਵਿਡ ਦੇ ਦੌਰਾਨ ਬੈੱਡਾਂ ਨੂੰ ਤਰਸਦੇ ਰਹੇ, ਜਿਨ੍ਹਾਂ ਦੇ ਪਰਿਵਾਰ ਦੇ ਜੀ ਬੈੱਡ ਨਾ ਮਿਲਣ ਕਰਕੇ, ਅਕਾਲ ਚਲਾਣਾ ਕਰਕੇ, ਜਿਨ੍ਹਾਂ ਦੇ ਜੀ ਅੱਖਾਂ ਦੇ ਸਾਹਮਣੇ ਜਗ੍ਹਾ ਜਗ੍ਹਾ ਹਸਪਤਾਲਾਂ ਦੇ ਬਾਹਰ ਤੜਪ ਕੇ ਧੱਕੇ ਖਾਂਦੇ ਰਹੇ, ਐਂਬੂਲੈਂਸਾਂ ਦੇ ਅੰਦਰ ਤੜਪਦੇ ਰਹੇ, ਲੇਕਿਨ ਹਸਪੀਟਲਾਂ 'ਚ ਬੈੱਡ ਨਹੀਂ ਮਿਲਿਆ। ਸਰਨਾ ਸਾਹਿਬ, ਇਹ ਦਰਦ ਉਹਨਾਂ ਨੂੰ ਪੁੱਛ ਕੇ ਦੇਖੋ। ਤੀਜੀ ਵੇਵ ਦੀ ਚਿੰਤਾ ਕਰਦੇ ਹੋਏ ਇਹਦੀ ਰਿਕਾਰਡ ਟਾਈਮ ਦੇ ਅੰਦਰ ਉਸਾਰੀ ਹੋਈ ਔਰ ਇਸ ਦੀ ਖਾਲੀ ਪ੍ਰੋੜਤਾ ਦੇਸ਼ ਦੀਆਂ ਨਹੀਂ ਬਲਕਿ ਦੁਨੀਆ ਦੀਆਂ ਸੰਸਥਾਵਾਂ ਨੇ ਔਰ ਦੁਨੀਆ ਦੇ ਮੁਲਕਾਂ ਨੇ ਕੀਤੀ। क्या देश अंदर कोई ऐसा इंस्टीट्यूशन हैगा एक भी जिस ਨੂੰ फ्रांस के राष्ट्रपति ने 2.5 करोड़ की लागत ऑक्सीजन प्लांट भेजा, वो भी बिना मंगे, वो भी जहाज च लद के और वो भी लिख के गुरु तेग बहादुर कोविड हॉस्पिटल वास्ते भेजा जा रहा है। क्या देश अंदर कोई एक संस्था है जिसनों आस्ट्रेलिया की सरकार ने भी कोविड दी सर्विसिस वास्ते $3 लाख तक भेजे होण? देश की कोई एक ऐसी संस्था है जिसनों न्यूयॉर्क के गवर्नर ने वेंटीलेटर भेजे होण? कोई देश की एक ऐसी संस्था है जिन्हों इंग्लैंड, कैनेडा, वर्ल्ड दी सरकारां ने, लोगों ने नहीं, सरकारां ने, देश के अंदर दुनिया के साडे NRI वीरां ने ते दिल खोल के साडा सहयोग किया, पर दुनिया दी सरकारां ने पहली बार होया है इस मुल्क के अंदर किसी संस्था नूं सरकारां ने सीधा अप्रोच करके क्या होवे कि तुहाडीआं सेवावां मानवता नूं बचाउण वाली, इस करके तुहाडे नाल खड़े अज उस हॉस्पिटल बंद कराने का काम किया जा रहा। और मैनूं दुख इस गल का, खाली हस्पताल ही नहीं, जेड़े साडे 2 बच्चे मनमीत कौर ते सुखप्रीत सिंह, जेड़े कि बड़ी पीड़ा झेली, कश्मीर के अंदर अत्याचार होया और खुद सरदार परमजीत सिंह सरना उन्होंने घर जाके उन्होंने आशीर्वाद दे रहे सी, उन्हों दी नौकरियां खोण वास्ते भी कोर्ट के अंदर दरखास्त लाई कि इन्हों दी नौकरियां रद्द कीतियां जाण। ਜਿਹੜੇ ਸਾਡੇ ਧਰਮ ਦਾ ਪ੍ਰਚਾਰ ਕਰਨ ਰਾਗੀ, ਢਾਡੀ, ਕੀਰਤਨੀਏ ਨੇ, ਜਿਹੜੀ ਆਰਥਿਕ ਮੈਸੇਜ ਉਹਨਾਂ ਨੂੰ ਆਰਥਿਕ ਤੌਰ ਤੇ ਸਹਾਇਤਾ ਮਿਲਦੀ ਆ ਤਾਂ ਕਿ ਉਹਨਾਂ ਦਾ ਜਿਹੜਾ ਨੁਕਸਾਨ ਹੋਇਆ ਕੋਵਿਡ ਦੇ ਦੌਰਾਨ ਉਸ ਨੂੰ ਬੰਦ ਕੀਤਾ ਜਾਵੇ। ਜਿਹੜੇ ਪਰਿਵਾਰਾਂ ਦਾ ਕਾਲ ਚਲਾਣਾ ਹੋ ਗਿਆ, ਜਿਨ੍ਹਾਂ ਨੂੰ ਸਕੂਲਾਂ ਦੇ ਅੰਦਰ ਫ੍ਰੀ ਪੜ੍ਹਾਇਆ ਜਾ ਰਿਹਾ ਹੈ ਜਾਂ ਜਿਨ੍ਹਾਂ ਨੂੰ ਪੈਨਸ਼ਨਾਂ ਲੱਗੀਆਂ, ਕਿਹਾ ਇਹਨਾਂ ਦੀਆਂ ਪੈਨਸ਼ਨਾਂ ਔਰ ਇਹਨਾਂ ਦੇ ਸਕੂਲ ਬੰਦ ਕਰਾਏ ਜਾਣ। ਇਸ ਕਦਰ ਹਲਕੀ ਰਾਜਨੀਤੀ ਤੋਂ ਉਤਰ ਆਏ ਨੇ। ਗੁਰੂ ਘਰ ਦਾ ਹਸਪੀਟਲ ਬਣ ਰਿਹਾ ਹੋਵੇ, हज़ारां संगतां रोज़ उत्थे जांदियां ने, सुखमनी साहब के पाठ करदियां ने, अरदास करदियां ने, इस उम्मीद अंदर कि हॉस्पिटल खुलेगा तो दीन दुनिया के दुखों का ये निवारण होएगा। इत्थे अज असीं ये प्रेस कॉन्फ्रेंस ये बेनती करन नूं दोबारा तो कर रहे हैं। ये खाली साडा मसला नहीं हैगा, ये कौमी मसला है, देश का, दुनिया का मसला है। सारियां संस्थावां नूं अगे आउणा चाहीदा है। इस मसले के अंदर एक निर्णायक फैसले होना चाहिए कि क्या किसी को हक है सिख नूं अपने सिखां दे इंस्टीट्यूशनस नूं डोलण दा। ये हस्पताल जो कि बड़ी मुशक्कत के बाद खड़ा होया है, मैं बड़े बड़े जोर दे नाल ये गल कहना चाहुंदा है, बिल्कुल 12 साल का फेलियर रहा सरदार परमजीत सिंह सरना का और 6 साल का फेलियर रहा सरदार मनजीत सिंह जीके का।
ਹਸਪਤਾਲ ਵੱਲ ਮੂੰਹ ਕਰਕੇ ਨਹੀਂ ਦੇਖ ਸਕੇ ਲੋਕ, ਕਿਉਂਕਿ ਇਹਨਾਂ ਦੀਆਂ ਦੁਕਾਨਾਂ ਵਾਲੇ ਪਾਸੇ ਧਿਆਨ ਸੀ, ਇਹਨਾਂ ਦਾ ਹਸਪਤਾਲ ਨੂੰ ਵੇਚਣ ਵਾਲੇ ਪਾਸੇ ਧਿਆਨ ਸੀ, ਨਾ ਕਿ ਹਸਪਤਾਲ ਬਣਾਉਣ ਵਾਲੇ ਪਾਸੇ। ਇਹ ਉਹੀ ਹਸਪਤਾਲ ਆ ਜਿਹਦੇ ਚੱਲਦੇ ਸਰਦਾਰ ਪਰਮਜੀਤ ਸਿੰਘ ਸਰਨਾ ਦੇ ਮੁਕੱਦਮੇ ਦਰਜ ਹੋਏ। ਇਹ ਉਹੀ ਹਸਪਤਾਲ ਆ ਜਿਹਦੇ ਚੱਲਦੇ ਸਰਦਾਰ ਪਰਮਜੀਤ ਸਿੰਘ ਸਰਨਾ ਦੀ LOC ਖੁੱਲੀ। ਇਹ ਉਹੀ ਹਸਪਤਾਲ ਆ ਜਿਸ ਨੂੰ ਅਸੀਂ ਕੋਰਟਾਂ ਚੋਂ ਲੜ ਕੇ 14 ਕਰੋੜ ਰੁਪਇਆ ਕੌਮ ਦਾ ਦੇ ਕੇ ਅਸੀਂ ਹਸਪਤਾਲ ਵਾਪਸ ਲਿਆ। 14 ਕਰੋੜ ਰੁਪਇਆ। ਮੈਂ ਯਾਦ ਕਰਨਾ ਚਾਹੁੰਦਾ ਸਰਦਾਰ ਪਰਮਜੀਤ ਸਿੰਘ ਸਰਨਾ ਸਾਹਿਬ 14 ਕਰੋੜ ਰੁਪਇਆ ਗੁਰੂ ਘਰ ਦਾ ਸੰਗਤਾਂ ਦਾ ਦਸਵੰਧ ਕੱਢਿਆ ਹੋਇਆ ਉਹ ਦੇ ਕੇ ਅਸੀਂ ਹਸਪਤਾਲ ਵਾਪਸ ਲੈ ਕੇ ਆਂਦਾ ਹੈ। ਔਰ ਤੁਸੀਂ ਫਿਰ ਉਸ ਹਸਪਤਾਲ ਨੂੰ ਕਾਨੂੰਨੀ ਸ਼ਿਕੰਜਾ ਪਾ ਕੇ ਇਸ ਦਾ ਨੁਕਸਾਨ ਕਰਕੇ ਇਸ ਨੂੰ ਤਬਾਹ ਕਰਨਾ ਚਾਹੁੰਦੇ ਜੇ। ਮੈਂ ਇਹ ਗੱਲ ਜ਼ਰੂਰ ਕਹਿਣਾ ਚਾਹੁੰਦਾ, ਇਹ ਹਸਪਤਾਲ ਜੇਕਰ ਹੁਣ ਕਾਨੂੰਨਾਂ ਦਾ ਸ਼ਿਕੰਜੇ 'ਚ ਫਸ ਗਿਆ, ਮੈਂ ਸਿੰਘ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਦੇ ਚਰਨਾਂ 'ਚ ਬੇਨਤੀ ਕਰਦਾ ਹਾਂ, ਜਥੇਦਾਰ ਸ਼੍ਰੀ ਪਟਨਾ ਸਾਹਿਬ ਦੇ ਚਰਨਾਂ 'ਚ ਬੇਨਤੀ ਕਰਦੇ ਹਾਂ, ਜਥੇਦਾਰ ਸ਼੍ਰੀ ਅਨੰਦਪੁਰ ਸਾਹਿਬ ਦੇ ਚਰਨਾਂ 'ਚ ਬੇਨਤੀ ਕਰਦੇ ਹਾਂ, ਜਥੇਦਾਰ ਸ਼੍ਰੀ ਹਜੂਰ ਸਾਹਿਬ ਦੇ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਚਰਨਾਂ 'ਚ ਬੇਨਤੀ ਕਰਦੇ ਹਾਂ, ਸੰਤ ਸਮਾਜ ਨੂੰ ਬੇਨਤੀ ਕਰਦੇ ਹਾਂ, ਦਿੱਲੀ ਦੀਆਂ ਸਿੰਘ ਸਭਾਵਾਂ ਨੂੰ ਵਿਸ਼ੇਸ਼ ਤੌਰ ਤੇ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਹਾਂ, ਤੁਹਾਨੂੰ ਇਸ ਗੱਲ ਦੀ ਚਿੰਤਾ ਕਰਨ ਦੀ ਲੋੜ ਹੈ ਇਸ ਵੇਲੇ। ਜੇਕਰ ਇਹ ਕਾਨੂੰਨੀ ਸ਼ਿਕੰਜੇ 'ਚ ਹਸਪਤਾਲ ਫਸ ਗਿਆ, ਜਿਹੜੇ ਡਾਕਟਰ ਅਸੀਂ ਲੈ ਕੇ ਆਉਂਦੇ ਭੱਜ ਜਾਣਗੇ, ਕੋਈ ਡਾਕਟਰ ਨਹੀਂ ਇੱਥੇ ਆਏਗਾ। ਜਿਹੜੀਆਂ ਕਰੋੜਾਂ ਰੁਪਏ ਦੀਆਂ ਮਸ਼ੀਨਾਂ ਆਈਆਂ ਨੇ ਇਹ ਸਭ ਤਬਾਹ ਹੋ ਜਾਣਗੀਆਂ, ਹਸਪਤਾਲ ਵਾਪਸ ਖੰਡਰ ਬਣ ਜਾਏਗਾ। ਔਰ ਜਿਹੜੇ ਲੋਕ ਅੱਜ ਇਲਾਜ ਦੇ ਇੰਤਜ਼ਾਰ 'ਚ ਬੈਠੇ ਅੱਖਾਂ ਵਿਛਾਏ ਵੀ ਸਾਡਾ ਇਹ ਹਸਪਤਾਲ ਬਣੇਗਾ, ਸਾਡਾ ਆਪਣੇ ਸਿੱਖਾਂ ਦਾ ਇਲਾਜ ਹੋਊਗਾ, ਉਹ ਕੀ ਕਰਨਗੇ? ਇਹ ਸਾਡਾ ਮਸਲਾ ਨਹੀਂ, ਵੋਟਾਂ ਪਿੱਛੇ ਪਾਪ ਨਾ ਕਰੋ। ਮੈਂ ਸਰਨਾ ਸਾਹਿਬ ਨੂੰ ਬੇਨਤੀ ਕਰਦਾ, ਮੈਂ ਫਿਰ ਅੱਜ ਉਹਨਾਂ ਨੂੰ ਇਸੇ ਕਰਕੇ ਕਿਉਂਕਿ ਇੱਥੋਂ ਤੱਕ ਉਹਨਾਂ ਨੇ ਉਹਨਾਂ ਦੇ ਵਕੀਲ ਜਿਹੜੇ ਨੇ ਅਨੰਨਿਆ ਮਹਿਤਾ ਇੱਥੋਂ ਤੱਕ ਲਿਖਿਆ ਹੈ that the respondent number 3 white letter dated 9/4/2021 sent by Mr. Paramjit Singh Sarna, President of Shromani Akali Dal Delhi. A copy of that letter has been provided by Mr. Sarna to the petitioner herein. The true copy dated so and so Sarna, Shromani Akali Dal Delhi to the respondent 3 is affixed hereby annexed. ਕੋਰਟ ਦੇ ਅੰਦਰ ਸਰਦਾਰ ਸਰਨਾ ਸਾਹਿਬ ਨੇ ਆਪਣੇ ਦੋਹਤਾ ਸਾਹਿਬਜੀਤ ਸਿੰਘ ਬਿੰਦਰਾ ਵੱਲੋਂ ਕੇਸ ਪਾ ਕੇ ਬਕਾਇਦਾ ਕੋਰਟ ਦੇ ਅੰਦਰ ਆਪਣੇ ਕਾਗਜ਼ ਲਗਾ ਕੇ ਇਸ ਹਸਪਤਾਲ ਨੂੰ ਰੋਕਣ ਦਾ ਕੰਮ ਕੀਤਾ, ਔਰ ਹੁਣ ਚੁੱਪੀ ਸਾਧੇ ਬੈਠੇ ਨੇ। ਕਿਆ ਇਹ ਮੈਂ ਸਭ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਹਸਪਤਾਲ ਇੱਕ ਦਿੱਲੀ ਕਮੇਟੀ ਦੇ ਮੈਂਬਰਾਂ ਵਾਸਤੇ ਆ, ਇਹ ਸੰਗਤ ਵਾਸਤੇ ਆ। ਸੰਗਤ ਦੀ ਮਾਇਆ ਦਾ ਦਸਵੰਧ ਨਾ ਬਣ ਰਿਹਾ ਇਹ ਹਸਪਤਾਲ ਆ। ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਸਾਰੀ ਸੰਗਤ ਨੂੰ, ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਸਾਰੀਆਂ ਸਿੰਘ ਸਭਾਵਾਂ ਨੂੰ, ਸਾਰੇ ਸੰਤ ਸਮਾਜ ਨੂੰ, ਸਿੱਖ ਜਥੇਬੰਦੀਆਂ ਨੂੰ, ਸ਼੍ਰੋਮਣੀ ਤਖਤਾਂ ਦੇ ਜਥੇਦਾਰ ਸਾਹਿਬਾਨਾਂ ਨੂੰ, ਚੀਫ ਖਾਲਸਾ ਦੀਵਾਨ ਨੂੰ, ਹੋਰ ਵੀ ਜਿੰਨੀਆਂ ਸੰਸਥਾਵਾਂ ਨੇ, ਕਿ ਤੁਹਾਨੂੰ ਵੀ ਇਸ ਤੇ ਕਦਮ ਚੁੱਕਣਾ ਚਾਹੀਦਾ ਹੈ। ਅੱਜ ਇਹ ਤੁਹਾਡੀ ਸਾਡੀ ਸਭ ਦੀ ਆਵਾਜ਼ ਇੱਕ ਹੋਣੀ ਚਾਹੀਦੀ, ਕੌਮੀ ਮਸਲਾ ਹੈ। ਹਸਪਤਾਲ ਨੂੰ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਔਰ ਸਾਰੀ ਉਮਰ ਇਸ ਨਾਮ ਦੀਆਂ ਵੋਟਾਂ ਮੰਗਦੇ ਰਹੇ ਨੇ, ਸਾਰੀ ਉਮਰ ਇਸ ਨਾਮ ਦੀਆਂ ਵੋਟਾਂ ਮੰਗਦੇ ਰਹੇ ਨੇ ਕਿ ਅਸੀਂ ਹਸਪਤਾਲ ਬਣਾਵਾਂਗੇ, ਹਸਪਤਾਲ ਬਣਾਵਾਂਗੇ। ਅੱਜ ਹਸਪਤਾਲ ਬਣ ਗਿਆ, ਹੁਣ ਕਹਿ ਰਹੇ ਹਸਪਤਾਲ ਬੰਦ ਕਰਾਵਾਂਗੇ, ਹਸਪਤਾਲ ਬੰਦ ਕਰਾਵਾਂਗੇ। ਸੋ ਅਸੀਂ ਅੱਜ ਵਿਸ਼ੇਸ਼ ਤੌਰ ਤੇ ਸੰਗਤ ਨੂੰ, ਆਪ ਮੀਡੀਆ ਦੇ ਮੇਰੇ ਭਰਾਵਾਂ ਨੂੰ, ਆਪ ਦੇ ਮਾਧਿਅਮ ਤੋਂ ਦੇਸ਼ ਔਰ ਦੁਨੀਆ ਦੇ ਲੋਕਾਂ ਨੂੰ ਦੱਸਣ ਵਾਸਤੇ ਪ੍ਰੈਸ ਕਾਨਫਰੰਸ ਕੀਤੀ ਆ ਕਿ ਕਿਸ ਤਰ੍ਹਾਂ ਪੰਥ ਰਤਨ ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਵਾਲਿਆਂ ਵੱਲੋਂ ਇਹ ਮਹਾਨ ਸੇਵਾ ਨਿਬੇੜੀ ਗਈ, ਔਰ ਹੁਣ ਉਹਨਾਂ ਤੋਂ ਵਰੋਸਾਏ ਸੰਤ ਬਾਬਾ ਬਚਨ ਸਿੰਘ ਜੀ ਮਹਾਨ ਕਾਰ ਸੇਵਾ ਵਾਲੇ ਸੰਤ ਇਸ ਦੀ ਸੇਵਾ ਨਿਭਾ ਰਹੇ ਨੇ। ਇਹਨਾਂ ਮਹਾਂਪੁਰਖਾਂ ਦੇ ਨਾਲ ਹੱਥਾਂ ਦੇ ਨਾਲ ਹਸਪਤਾਲ ਬਣਿਆ ਹੈ। ਇਹ ਪਾਪ ਨਾ ਕਰੋ, ਇਹ ਕੌਮ ਦੀ ਜਾਇਦਾਦ ਨੂੰ ਤਬਾਹ ਨਾ ਕਰੋ। ਰਾਜਨੀਤੀ ਪਿੱਛੇ ਇਸ ਵੱਡੇ ਕਦਮ ਨਾ ਚੁੱਕੋ ਜਿਹਦੇ ਨਾਲ ਕੌਮ ਦੁਆਰਾ ਖੜੀ ਨਾ ਹੋ ਸਕੇ। ਸੋ ਮੈਂ ਫਿਰ ਤੋਂ ਸਾਰੇ ਮੀਡੀਆ ਦੇ ਮਾਧਿਅਮ ਤੋਂ ਇਹ ਜ਼ਰੂਰ ਕਹਿਣਾ ਚਾਹੁੰਦਾ ਹੈ, ਇਹ ਕੇਸ ਦੇ ਬਾਬਤ ਸਾਰੀਆਂ ਸੰਸਥਾਵਾਂ ਨੂੰ ਨੋਟਿਸ ਲੈਣਾ ਚਾਹੀਦਾ ਹੈ, ਤਾਂ ਕਿ ਸਾਰੀਆਂ ਸਿੰਘ ਸਭਾਵਾਂ ਨੂੰ ਨੋਟਿਸ ਲੈਣਾ ਚਾਹੀਦਾ ਹੈ, ਤਾਂ ਕਿ ਇਹ ਕੌਮ ਦੀ ਜਾਇਦਾਦ ਜਿਹੜੀ ਆ ਇਹ ਕਾਨੂੰਨੀ ਸ਼ਿਕੰਜੇ 'ਚ ਫਸ ਕੇ ਦੁਬਾਰਾ ਤੋਂ ਤਬਾਹ ਨਾ ਹੋ ਜਾਵੇ। ਸਿੱਖਾ ਜੀ, ਜਿਹੜੀ ਆਚਾਰ ਸੰਹਿਤਾ ਲੱਗੀ ਹੋਈ ਹੈ ਤੇ ਅਗਰ ਇਹ ਕੋਰਟ ਖੁੱਲ ਰਿਹਾ ਤੇ ਕਿਤੇ ਨਾ ਕਿਤੇ ਕੋਰਟ ਦੀ ਉਲੰਘਣਾ ਨਹੀਂ ਹੈਗੀ ਜਿਹੜੀ ਆਚਾਰ ਸੰਹਿਤਾ ਦੇ ਵਿੱਚ ਇਹੋ ਜਿਹੀ ਅਗਰ ਆਚਾਰ ਦੀ ਕਿਹੜੀ ਦੇਣਾ ਜਾਂ ਇਹ ਕਰਨਾ ਆਚਾਰ ਅੰਦਰ ਕਿਹੜੀ ਸੰਹਿਤਾ ਹੈ? ਮੈਂ ਸਮਝ ਨਹੀਂ ਹੈ। ਕੋਡ ਆਫ ਕੰਡਕਟ ਲੱਗਾ ਹੋਇਆ ਜਿਹੜਾ। ਅੱਛਾ, ਕੋਡ ਆਫ ਕੰਡਕਟ। ਮੈਂ ਕਿਹਾ ਆਚਾਰ ਕੁਝ ਕਰੇ। ਅੱਛਾ, ਕਰੋਨਾ ਕੁਝ ਕਿਹਾ ਨਹੀਂ, ਉਹ ਜਦੋਂ ਆਪਣੀ ਇਲੈਕਸ਼ਨ ਰੁਕੀ ਉਹ ਕਿਉਂ ਰੁਕੀ ਸੀ? ਕੋਰੋਨਾ ਕਾਲ तो वैसे तो जवाब तुझे खुद ही देता। नहीं भाई, कोरोना पूछ के आया था। तो भाई आपको क्या लगता है कि जो आप, अगर आप हैं,
आप सरदार सुरिंदर सिंह आपका नाम है और आपको कोविड हो गया, मैं आपको क्या कहूं कि कोरोना का यहां पे कोड ऑफ कंडक्ट लगा है, आप जाइए। जिस दिन 400 बेड का हॉस्पिटल बन रहा था तब कोड ऑफ कंडक्ट नहीं था। हमें जानों की कीमत है, हमारी ये जानों की कीमत है, कोड ऑफ कंडक्ट की, आप लोगों की वोटों की कीमत नहीं है। हम यही समझाना चाहते हैं। दिल्ली सरकार बोलो इस टाइम दिल्ली सरकार, इलेक्शन कौन करा रहा है? दिल्ली सरकार। सुनिए, इलेक्शन दिल्ली सरकार करा रही है। दिल्ली सरकार के एसडीएम ने हमें लिखकर भेजा है, मैं आपको चिट्ठी की कॉपी भी प्रोवाइड करा देता हूं, लिखकर भेजा है। मेरा क्वेश्चन कुछ और है, आप मेरी बात तो सुन लीजिए, सुनिए ना। दिल्ली सरकार ने हमें लिखकर भेजा है, जो सरकार इलेक्शन करा रही उसी ने लिखकर भेजा है कि 400 बेड का जो हॉस्पिटल आपने दिया था उसको जल्दी से दोबारा तैयार कराएं, तीसरी लहर आने वाली है। बताओ क्या करें, उनको क्या लिखकर जवाब दें? ਤੇ ਇਹ ਆਚਾਰ ਸੰਹਿਤਾ ਦੇ ਵਿੱਚ 13 ਤਰੀਕ ਨੂੰ ਹੀ ਕਿਉਂ ਖੋਲਿਆ ਜਾ ਰਿਹਾ, 23 ਤਰੀਕ ਨੂੰ ਵੀ ਖੋਲਿਆ ਜਾ ਸਕਦਾ ਹੈ, ਇਲੈਕਸ਼ਨ ਤੋਂ ਪਹਿਲੇ ਹੀ ਕਿਉਂ ਖੋਲਿਆ ਜਾ ਰਿਹਾ? इलेक्शन एजेंडा ही नहीं हैगा, ਇਹਨਾਂ ਦੀ ਹੋਊਗਾ। इलेक्शन एजेंडा ही नहीं हैगा। ਇਹ ਪੜੋ, आप देखो जी, ये लेटर 28/7 लिख लीजिए, 28/7/2021 की लेटर है टू दी प्रेसिडेंट दिल्ली सिख गुरुद्वारा मैनेजमेंट कमेटी, बेड एस्केलेशन कैपेसिटी एट गुरुद्वारा रकाबगंज साहब न्यू दिल्ली फॉर कोविड-19 फैसिलिटी। Please here enclosed the copy dated 27/1 received from the Health and Family Department, Government of Delhi NCT regarding escalation of bed at capacity of Gurudwara Kabri Sahib. It is requested to escalate the bed capacity, engaging the necessary manpower and other things to meet the organization within the monthly period as per the direction Health and Family Department, Government of GNCDT. अब वो हमें खुद ये सरकार भी कह रही है कि तीसरी लहर आ गई। मैं अब सरकार को क्या जवाब दे दूं कि भैया लोग कोई जाने जाएं तो जाएं, हम तो अपनी राजनीति करेंगे। इसमें आप मुझे बताएं कौन सी इलेक्शन है जो आपको किसी का इलाज करने के लिए रोक रही है? मैं जानना चाहता हूं। बात इलाज की नहीं हो रही है ना, इलाज की नहीं हो रही है, इलाज तो है, इलाज तो सरकार करा रही थी, पहले भी करा रही थी, आप भी करा रहे थे, यहाँ पे भी आपने लगाया, लेकिन जो हॉस्पिटल खुल रहा है जी, तो आप जिस पे लगे हैं, पिछले 2 साल की आप प्रोग्रेस हमेशा लगातार दिखाते रहे, 10 साल से आप राज कर रहे हैं, लेकिन अब क्या हो गया कि इतनी जल्दी ही उस हॉस्पिटल को तैयार करने की आपने लगाई? ये तो आपको कोरोना से पूछना पड़ेगा, ये तो कोरोना से पूछना पड़ेगा कि आप कोरोना अचानक कैसे आ गया। कोरोना तो मत डालिए ना, नहीं तो और कोरोना के तो हॉस्पिटल है, आप ऐसे इस तरीके से किस तरह से करूं? और मैं, अरे भाई मैं आपको फिर बता रहा हूं, आप सुनना नहीं चाह रहे। करना चाहते हैं, आप सुनना ना चाहे तो मेरा कसूर नहीं है ना। इस तरीके से आप कह रहे हैं कि नहीं जी ये होना ही चाहिए, होना चाहिए, करेंगे करेंगे, होना नहीं चाहिए, खोलेंगे और इलाज करेंगे लोगों का, पर भाई कोर्ट की उल्लंघना होगी, इलाज करेंगे लोगों का। आज लोगों की जानने बचाने जरूरी हैं। राज तो हमने पहले भी तो किया ना, जब 400 बेड का यहां खोला तब क्यों नहीं कोई बोला? सरना साहब को तभी प्रॉब्लम थी। मेरी बात सुनिए, सरना साहब तो तब भी रो रहे थे, यहां खड़े होकर कह रहे थे हम नहीं खुलने देंगे। आप बताइए, आप लोग यहां पे आते थे, लोग इलाज करा के जाते थे, तो तब क्या इलेक्शन कोड ऑफ कंडक्ट नहीं था? जब सरकार हाथ जोड़ जोड़ के कह रही थी कि लगाइए, बचाइए बचाइए, हमारा मैं फिर से कह दूं, पता नहीं किसके परिवार को जरूरत पड़ जाए, मेरे परिवार को, आपके, किसके, आप में से किसी का फोन आ जाएगा। ये आप समझिए, राजनीतिक लोगों का काम तो राजनीति करना ही है, ये मानवता की सेवा की चीजें हैं। और ये क्यों बनाया गया? थर्ड वेव की कंसिडर करते हुए, ठीक है। तो जो चीज हम तो कहते हैं सरना साहब भी 2 बना दें, ऑक्सीजन प्लांट लगाई दिया, ऑक्सीजन प्लांट लगाया ना उन्होंने, जिसमें किसी को ऑक्सीजन नहीं थी, लगाया ना एक ऑक्सीजन प्लांट, कहा कि मैं इसमें फ्री ऑक्सीजन दूंगा। तो आपने कभी पूछा भाई इलेक्शन कोड ऑफ कंडक्ट लगा हुआ है, हमने भी नहीं पूछा क्यों? ये हक बनता है भाई, आज मानवता की सेवा करना हमारा फर्ज बनता है। वो अलग बात है कि झूठ बोलने के लिए कहा था, लगाया भी नहीं और दी भी नहीं। वो ऑक्सीजन प्लांट लगाएंगे, हम ऑक्सीजन देंगे केवल, अच्छा वो जब कोड ऑफ कंडक्ट नहीं था तब, इसलिए ये सिर्फ इस हॉस्पिटल को लोगों में, ये उन लोगों को कह रहे हैं, कोर्ट में भी उन्होंने कहा कि जी फिर लोग कहेंगे जी कि 12 साल तक हम फेल रहे, हम अस्पताल नहीं बना पाए। तो ठीक कहा, मैं खुद कह रहा हूं, ठीक कहा ना, तुम फेल हुए, 12 साल प्रधान रहो, तुम हॉस्पिटल ना बना पाओ, और आज नौजवानों की टीम ने केवल 2 सालों के अंदर इम्पॉसिबल को पॉसिबल करके दिखा दिया, तो आपको तकलीफ होनी शुरू होगी। लोगों में क्या मुंह दिखाएंगे? लोग इनसे सवाल पूछते जब ये लोगों के बीच में जाते हैं, तो ये स्वाभाविक तौर पर है। पर क्या इसके लिए हम लोगों की जानों के साथ खेल जाएं? ये बाला साहब हॉस्पिटल महापुरखों के स्थान पर बना हुआ अस्पताल है,
संत बाबा बचन सिंह जी की महान सेवाओं से बना हुआ अस्पताल है और इस अस्पताल को किसी सूरत में इन लोगों की राजनीति की भेंट हम नहीं चढ़ने देंगे। 13 तरीक को नहीं की जाएगी। ਸਰਨਾ ਸਾਹਿਬ ਕਹਿ ਰਹੇ ਨੇ ਕਿ ਕੋਵਿਡ ਕੇਅਰ ਸੈਂਟਰ ਜਿਹੜਾ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਚ ਬਣਾਇਆ ਸੀ ਉਸ ਨੂੰ ਸ਼ਿਫਟ ਕੀਤਾ ਜਾ ਰਿਹਾ ਹਸਪੀਟਲ ਨਹੀਂ ਇਹ ਸੈਂਟਰ। ਅਰੇ ਬਈ ਉਹ ਛੱਡੋ, ਮੈਂ ਦੱਸਿਆ ਉਹਨਾਂ ਦਾ ਕਸੂਰ ਨਹੀਂ, ਉਮਰ ਦਾ ਤਕਾਜ਼ਾ ਹੁੰਦਾ ਹੈ। ਏਜ ਇੰਨੀ ਜ਼ਿਆਦਾ ਉਹਨਾਂ ਦੀ ਹੋ ਗਈ ਆ। ਬੇਸਿਕਲੀ ਮੈਂ ਇੱਕ ਟੀਵੀ ਚੈਨਲ ਤੇ ਸੀਗਾ, ABP ਨਿਊਜ਼ ਤੇ ਨਾਮ ਵੀ ਲੈ ਦਿੰਦਾ, ਉੱਥੇ ਉਹ ਕਹਿ ਰਿਹਾ ਸੀਗਾ कि जी ये जो लड़की का तो शादी पहले से हुई है कश्मीर के केस को लैके। सरना साहब कुछ और ही सुनकर जवाब दे जाते, नहीं वो शादी मैंने कराई थी, वो वहाँ मैं खड़ा था, मैं आशीर्वाद दे रहा था। फिर मैं उन्हें समझाया कि भाई साहब इनको थोड़ी प्रॉब्लम हो जाती है, इनको दोबारा से सवाल समझाओ, जवाब किसी और का दिए जाते हैं। अब बताओ अगर एक कोविड का यहाँ वहाँ शिफ्ट हो गया तो फिर आपको तकलीफ क्या है? आइए भैया मैं आपको अच्छा एक बात और कहते हैं, फोन ते झूठ बोले, झूठ की तो दुकान खोली हुई ना दोवां भरावां ने, वो जी मीडिया ने बैन ला रखा है। मेरे भाइयों मैं मीडिया के बंधुओं से हाथ जोड़कर आग्रह करता हूँ, तुहानू सब नूं बेनती करदा है, बाला साहब हॉस्पिटल जिद्दण जी करदा होवे, जेड़े वेले जी करदा होवे आओ देखो। मैं तुहाडे दसना चाहुंदा है देश के अंदर जेड़े बेहतरीन अस्पताल ने, बेहतरीन अस्पताल, आप सुनकर हैरान होंगे, दिल्ली दे भी किसी अस्पताल के अंदर, सरकारी अस्पताल में भी ECMO मशीन नहीं है किसी भी, लेकिन आपके इस अस्पताल के अंदर भी ECMO भी होगा। ਜਿਹਦੀ ਕਮੀ ਕਰਕੇ आज जिहदी कमी करके जरनैल सिंह सारा MLA बेचारा तड़पता रह गया। ਤੁਹਾਡਾ ਜਰਨਲਿਸਟ ਭਰਾ ਸੀ, ਤੁਹਾਨੂੰ ਤੇ ਜ਼ਿਆਦਾ ਪਤਾ ਉਸ ਗੱਲ ਦਾ। ਦਿੱਲੀ 'ਚ ਨਹੀਂ ਹੈਗੀ ਕਿਸੇ ਕੋਲ। ਦੂਜੀ ਗੱਲ, ਇਹ ਹਸਪੀਟਲ ਆ ਜਿਹਦੇ ਅੰਦਰ ਇਨਬਿਲਟ CT ਸਕੈਨਰ, ਸਾਰੇ ਬੈਸਟ ਆਫ ਦੀ ਬੈਸਟ ਵੈਂਟੀਲੇਟਰਸ, ਬੈਸਟ ਆਫ ਦੀ ਬੈਸਟ ਇਕਵਿਪਮੈਂਟਸ ਲਗਾ ਕੇ ਹਸਪੀਟਲ ਬਣਾਇਆ ਗਿਆ। ਹੁਣ ਮੈਂ ਕੀ ਕਰਾਂ? ਅਗਰ ਸਰਨਾ ਸਾਹਿਬ ਨੂੰ ਹਸਪੀਟਲ ਦੀ ਪਰਿਭਾਸ਼ਾ ਨਹੀਂ ਆਉਂਦੀ ਤੇ ਮੇਰਾ ਕਸੂਰ ਤੇ ਹੈ ਨਹੀਂ। ਜੇ ਆਉਂਦੀ ਹੁੰਦੀ ਤੇ ਉਹਨਾਂ 12 ਸਾਲ ਪਹਿਲਾਂ ਬਣਾ ਲੈਣਾ ਸੀ। ਉਹਨਾਂ ਵਾਸਤੇ ਹਸਪੀਟਲ ਰॉकेट ਸਾਇੰਸ ਆ, ਰॉकेट ਸਾਇੰਸ। दैट इज द प्रॉब्लम। ਹੁਣ ਇਹ ਤੇ ਜਾ ਕੇ ਉਹਨਾਂ ਨੂੰ ਪੁੱਛੋ। ਔਰ ਵੈਸੇ ਵੀ ਅਗਰ ਉਹ ਨਹੀਂ ਸਮਝ ਪਏ ਤਾਂ ਕੋਈ ਗਲਤ ਨਹੀਂ ਹੈਗਾ। ਹਰ ਚੀਜ਼ ਦੀ ਇੱਕ ਏਜ ਹੁੰਦੀ ਆ। ਤੁਹਾਡੀ ਸਾਡੀ ਅੱਜ ਜਰਨਲਿਸਟ ਸਾਡੇ ਭਰਾ ਬੈਠੇ ਆ, ਇੱਥੇ ਤੁਸੀਂ ਪੁੱਛ ਲਓ ਕੋਈ 82 साल का जर्नलिस्ट बैठा है ਇੱਥੇ? कोई 82 साल का जर्नलिस्ट आया आप में से? क्यों? क्योंकि हर चीज़ की एज है। अब बच्चों को, दोतों को, पुत्रों को खिलाने की एज है। दोते भी गलत है, दोते ब्याहे गए, दोते खड़ाउण की एज नहीं। मैं माफ़ी चाहना उन्होंने दोते ब्याहे गए ने, मैं अपने क्योंकि उन्होंने फिर कहना सिरसे ने बोलता, मैं हाथ जोड़ के माफ़ी मंगता है। दोते खड़ाउण की नहीं, दोते तो उन्होंने ब्याहे गए ने। दोतियां दे की हुंदे ने? पढ़दोते खिलाउण की हुण उम्र आ, दोते ब्याहे गए ने। हुण इस वेले हस्पताल की गल्लां करते वैसे ही चंगे नहीं लगदे हो जी। चलो जिन्हों ने भी पाई, अस कह रहे माड़ा काम आ भाई। सरना साहब तो जिम्मेवार ने ना, चलो बाकी तो कोई जिम्मेवार लोग नहीं है, तो कमेटी के प्रधान रहे ने। देखो तुसी परमजीत सिंह सरना नाल बाकी लोगों को नहीं मिला सकते। आखिर कम्युनिटी ने 12 साल तक वो प्रधान रहे ने, और एक उम्र के ऐसे पड़ाव उत्ते जिथे कोई भी बंदा नहीं चाहेगा कि मैं कोई ऐसा काम करा जिहदे नाल गलत मेरे 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 पास होता। असीं तो उन्होंने बेनती कर सकते, कीती पहला, अज फिर कर रहे। ਅਸੀਂ ਤੇ ਸਰਨਾ ਸਾਹਿਬ ਨੂੰ, ਪਰਮਜੀਤ ਸਿੰਘ ਜੀ ਨੂੰ, ਹਰਵਿੰਦਰ ਸਿੰਘ ਸਰਨਾ, ਅਵਤਾਰ ਸਿੰਘ ਹਿੱਤ ਸਾਹਿਬ, ਜਿੰਨੇ ਵੀ ਕੈਂਡੀਡੇਟ ਨੇ, ਜਿੰਨੇ ਵੀ ਪਾਰਟੀਆਂ ਨੇ, ਕਿਉਂਕਿ ਸਾਡੀ ਤੇ ਸਾਰੀ ਸਿੱਖ ਸੰਗਤ ਆ, ਬਿਲਕੁਲ ਸਭ ਨੂੰ ਇਨਵਾਈਟ ਕਰਾਂਗੇ। ਹੋਣਾ ਵੀ ਚਾਹੀਦਾ ਸਾਰਿਆਂ ਨੂੰ। ਇਹ ਕੋਈ ਸਾਡਾ ਹਸਪੀਟਲ ਤੇ ਹੈ ਨਹੀਂ, ਤੇ ਆਪਣੀ ਕੌਮ ਦੀ ਚੀਜ਼ ਆ। ਸਭ ਦਾ ਹੱਕ ਵੀ ਉਹਦੇ ਤੇ, ਹੱਕ ਵੀ ਆ। ਮੈਂ ਤਾਂ ਕਹਿੰਦਾ ਸਗੋਂ ਉਹਨਾਂ ਨੂੰ ਹੁਣੇ ਆਉਣਾ ਚਾਹੀਦਾ ਹੈ, ਆ ਕੇ ਦੇਖਣ, ਸਗੋਂ ਸਲਾਹ ਵੀ ਦੇਣ, ਬਈ ਆਹ ਚੀਜ਼ ਨੂੰ ਹੋਰ ਬੈਟਰ ਬਣਾਓ। ਇਸ ਕੋਈ ਹਰਜ ਨਹੀਂ ਹੈਗਾ। ਉਹ ਉਹਨਾਂ ਨੇ ਦੇਣੀਆਂ ਨੇ, ਪਰਮਜੀਤ ਸਰਨਾ ਜੀ ਨੇ ਦੇਣੀਆਂ ਨੇ। ਉਹਨਾਂ ਨੂੰ ਮਿਲੀ ਨਹੀਂ ਨਾ ਆਕਸੀਜਨ ਪਲਾਂਟ ਸੇ। ਕਮਾਲ ਹੋ ਗਿਆ। ਮੈਂ ਸਮਝਦਾ ਜਿਹੜੀ ਸਭ ਤੋਂ ਲੋੜ ਉਹਨਾਂ ਨੂੰ ਜਿਸ ਪਰਮਿਸ਼ਨ ਦੀ ਉਹ ਲੈਣ ਜਾ ਕੇ ਆਕਸੀਜਨ ਪਲਾਂਟ ਜਿਹੜਾ ਉਹਨਾਂ ਨੇ ਝੂਠ ਬੋਲਿਆ ਉਹਦੀ ਲੈਣ ਜਾ ਕੇ। ਧੰਨਵਾਦ ਜੀ। ਚਲੋ।